ਅਸੀਂ ਇੱਕ ਜਿਹੜੀ ਪ੍ਰੈਸ ਕਾਨਫਰੰਸ ਆ ਉਹ 13/5/2022 ਨੂੰ ਪਿੱਛੇ ਜਿਹੇ ਕੀਤੀ ਸੀਗੀ ਕਿ ਜਿਹੜਾ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਛਡਾਉਣ ਸੰਬੰਧੀ। ਉਹਦੇ ਸੰਬੰਧ ਦੇ ਵਿੱਚ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ 13/5 ਨੂੰ, ਔਰ ਸਰਕਾਰ ਨੂੰ ਬੇਨਤੀ ਕੀਤੀ ਸੀਗੀ ਕਿ ਕੋਈ ਕਮੇਟੀ ਬਣਾ ਕੇ ਇਸ ਮੁੱਦੇ ਨੂੰ ਵਿਚਾਰਿਆ ਜਾਵੇ। ਪਰ ਸਰਕਾਰ ਨੇ ਅੱਜ ਤੱਕ ਸਾਨੂੰ ਕੋਈ ਟਾਈਮ ਨਹੀਂ ਦਿੱਤਾ। ਇੱਕ ਦਿਨ ਇਹਨਾਂ ਨੇ ਜਨਤਾ ਦਰਬਾਰ ਵੀ ਲਾਇਆ ਸੀ। ਅਸੀਂ ਜਨਤਾ ਦਰਬਾਰ ਦੇ ਵਿੱਚ ਵੀ ਸਾਰੇ ਜਿੰਨੇ ਕੁ ਬੰਦੇ ਬੈਠੇ ਇੱਥੇ ਇਕੱਠੇ ਹੋ ਕੇ ਗਏ ਸੀ, ਪਰ ਜਨਤਾ ਦਰਬਾਰ ਦੇ ਵਿੱਚ ਵੀ ਕਿਸੇ ਦੀ ਕੋਈ ਗੱਲ ਦੀ ਸੁਣਵਾਈ ਨਹੀਂ ਹੋਈ ਹੈਗੀ। ਇਸ ਕਰਕੇ ਅੱਜ ਦੁਬਾਰਾ ਫੇਰ ਕਾਨਫਰੰਸ ਕੀਤੀ ਜਾਂਦੀ ਹੈ ਕਿ ਜੇ ਸਰਕਾਰ ਸਾਡੇ ਨਾਲ ਕੋਈ ਗੱਲਬਾਤ ਕਰਨ ਵਾਸਤੇ ਤਿਆਰ ਨਹੀਂ ਹੈ ਤਾਂ ਆਉਣ ਵਾਲੀ 28 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਚੱਪੜਚਿੜੀ ਵਿਖੇ ਇੱਕ ਵੱਡਾ ਇਕੱਠ ਜਿਹੜਾ ਉਹ ਕਿਸਾਨਾਂ ਦਾ ਕੀਤਾ ਜਾਊਗਾ, ਜਿਹਨੂੰ ਅਸੀਂ ਮਹਾਂ ਪੰਚਾਇਤ ਕਹਾਂਗੇ। ਔਰ ਉਹਦੇ ਵਿੱਚ ਅਗਲੀ ਰਣਨੀਤੀ ਬਾਰੇ ਵਿਚਾਰ ਕੀਤਾ ਜਾਊਗਾ ਵੀ ਕਿ ਸਾਨੂੰ ਕਿਸ ਤਰ੍ਹਾਂ ਅੱਗੇ ਚੱਲਣਾ ਚਾਹੀਦਾ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਹੱਕ ਦਿਵਾਏ ਸੀ, ਉਸੇ ਜਗ੍ਹਾ ਦੇ ਉੱਤੋਂ ਅਸੀਂ ਆਪਣੇ ਦੁਬਾਰਾ ਹੱਕ ਮੰਗਣ ਦੀ ਇੱਕ ਮੁਹਿੰਮ ਚਾਲੂ ਕਰ ਰਹੇ ਹਾਂ। ਔਰ ਉਹ ਮੁਹਿੰਮ ਦੇ ਵਿੱਚ ਤਕਰੀਬਨ ਇਹ ਇਕੱਲਾ ਨਹੀਂ ਹੈਗਾ ਕਿ ਸਾਡੇ ਕਿਸਾਨਾਂ ਦਾ ਇਕੱਲਾ ਕਿਸਾਨਾਂ ਦਾ ਮੁੱਦਾ ਹੈ। ਇਹਦੇ ਵਿੱਚ SC ਦਾ, BC ਦਾ, OBC ਦਾ ਸਾਰਿਆਂ ਦਾ ਮੁੱਦਾ ਹੈ। ਸਾਡੇ ਕੋਲ ਇੱਕ ਪਿੰਡ ਦੇ ਅੱਜ ਵੀ ਕਈ ਪਿੰਡਾਂ ਦੇ ਲੋਕ ਆਏ ਆ ਪੰਜਾਬ ਤੋਂ। ਉਹਨਾਂ ਵਿੱਚੋਂ ਖਾਸ ਕਰਕੇ ਮੇਰੇ ਹਲਕੇ ਦੇ ਵਿੱਚ ਹੀ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਪੈਂਦਾ ਪਿੰਡ ਛਲੇੜੀ ਪਿੰਡ ਦੇ ਵਿੱਚ 418 ਏਕੜ ਜ਼ਮੀਨ ਜਿਹੜੀ ਹੈਗੀ ਹੈ ਉਹ ਮਸਤਰਕਾ ਮਾਲਕਾਨਾ ਜ਼ਮੀਨ ਜਿਹੜੀ ਹੈਗੀ ਆ ਉਹ ਮਾਲਕ ਉਹਨੂੰ ਜਿਹਨੂੰ 100 ਸਾਲ ਤੋਂ ਵਾਹੁੰਦੇ ਆ ਰਹੇ ਨੇ। ਔਰ ਟਾਈਮ ਟੂ ਟਾਈਮ ਗਰਦਾਵਰੀਆਂ ਵੀ ਅੱਜ ਤੱਕ ਉਹਦੇ ਨਾਂ ਚੱਲੀਆਂ ਆ ਰਹੀਆਂ ਨੇ। ਉਹਦੇ 'ਚ 80 ਕਨਾਲ ਜ਼ਮੀਨ ਜਿਹੜੀ ਹੈਗੀ ਆ ਉਹ ਪੰਚਾਇਤ ਦੇ ਨਾਂ ਦੇ ਉੱਤੇ ਆ, ਜਿਹੜੀ ਕਿ ਪੰਚਾਇਤ ਦੇ ਸਾਂਝੇ ਕੰਮਾਂ ਲਈ ਵਰਤੀ ਗਈ ਹੈ। ਅੱਜ ਵੀ ਹੈ ਤੇ ਪਹਿਲਾਂ ਵੀ ਸੀ। ਔਰ ਬਾਕੀ ਇਹ ਤੋਂ ਇਲਾਵਾ ਜੋ ਮੜੀਆਂ ਵਾਸਤੇ, ਸਕੂਲ ਵਾਸਤੇ ਜਾਂ ਪੰਚਾਇਤ ਘਰ ਵਾਸਤੇ ਉਹ ਜ਼ਮੀਨਾਂ ਇਸ ਤੋਂ ਵੱਖਰੀਆਂ ਨੇ, ਰਸਤੇ ਇਸ ਤੋਂ ਵੱਖਰੇ ਨੇ। ਪਰ ਸਰਕਾਰ ਨੇ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਕਹੂੰਗਾ ਕਿ ਸਰਕਾਰ ਨੂੰ ਇਹੀ ਨਹੀਂ ਪਤਾ ਕਿ ਪੰਚਾਇਤੀ ਜ਼ਮੀਨਾਂ ਕੀ ਹੁੰਦੀਆਂ ਨੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਮਸਤਰਕਾ ਮਾਲਕਾਨਾ ਦਾ, ਜੁਬਲਾ ਮਾਲਕਾਨਾ ਜਾਂ ਮਤਰੂਕਾ ਮਹਾਜਰੀਨ ਇਹ ਜ਼ਮੀਨਾਂ ਕੀ ਹੁੰਦੀਆਂ ਨੇ, ਉਹਨਾਂ ਨੂੰ ਇਹ ਵੀ ਨਹੀਂ ਪਤਾ। ਉਹ ਤਾਂ ਬਸ ਇੱਕੋ ਹੀ ਗੱਲ ਹੈ ਵੀ ਇਹ ਤਾਂ ਜੀ ਪੰਚਾਇਤ ਦੀਆਂ ਜ਼ਮੀਨਾਂ ਦੱਬੇ ਬੈਠੇ ਨੇ। ਜਿਹੜੇ ਲੋਕ ਅੰਗਰੇਜ਼ ਦੀ ਸਰਕਾਰ ਤੋਂ ਲੈ ਕੇ ਹੁਣ ਤੱਕ ਉਹਨਾਂ ਜ਼ਮੀਨਾਂ ਦੇ ਉੱਤੇ ਕਾਬਜ਼ ਨੇ, ਉਹਨਾਂ ਨੂੰ ਬਹੁਤ ਇੰਨੀ ਛੇਤੀ ਇੱਕਦਮ ਵੀ ਮੁਹਿੰਮ ਚਲਾ ਕੇ ਜੀ ਆ ਛੱਡਤੀ ਜੀ, ਇੱਥੇ 500 ਕਿੱਲਾ, ਇੱਥੇ 400 ਕਿੱਲਾ ਛੱਡਤਾ, ਉਹਨਾਂ ਨੂੰ ਥ੍ਰੈਟ ਕੀਤਾ ਜਾਂਦਾ। ਹੁਣ ਛਲੇੜੀ ਪਿੰਡ ਦੇ ਵਿੱਚ ਕੁੱਲ 200-250 ਕਿਸਾਨ ਨੇ। ਉੱਥੇ 500 ਬੰਦਾ ਲਾ ਕੇ 500 ਬੰਦਾ ਪੁਲਿਸ ਦਾ ਲਾ ਕੇ ਉਹਨਾਂ ਨੂੰ ਜਾ ਕੇ ਥ੍ਰੈਟ ਕੀਤਾ ਗਿਆ। ਔਰ ਥ੍ਰੈਟ ਕਰਕੇ ਉਹਨਾਂ ਨੂੰ ਕਿਹਾ ਕਿ ਕਬਜ਼ਾ ਛੱਡੋ। ਉਹ ਕਹਿੰਦੇ ਵੀ ਤੁਹਾਡੇ ਕੋਲ ਆਲਰੇਡੀ ਜ਼ਮੀਨ ਹੈਗੀ 80 ਕਨਾਲ, ਤੁਸੀਂ ਉਹਦਾ ਜਦ ਮਰਜ਼ੀ ਕਬਜ਼ਾ ਲੈ ਲਓ। ਸੋ ਇਸ ਕਰਕੇ ਇਹ ਜਿਹੜਾ ਸਾਰਾ ਧੱਕਾ ਚੱਲ ਰਿਹਾ ਇਹਦੇ ਖਿਲਾਫ ਅਸੀਂ ਇੱਕ ਮੁਹਿੰਮ ਜਿਹੜੀ ਉਹ ਬੁਲੰਦ ਕੀਤੀ, ਆਵਾਜ਼ ਬੁਲੰਦ ਕੀਤੀ ਹੈ। ਉਸ ਆਵਾਜ਼ ਵਾਸਤੇ ਅਸੀਂ ਸਾਰੇ ਜਿੰਨੇ ਵੀ ਇਸ ਮਹਾਂ ਪੰਚਾਇਤ ਦੇ ਵਿੱਚ, ਇਸ ਮਹਾਕੁੰਭ ਦੇ ਵਿੱਚ ਵੀ ਯੋਗਦਾਨ ਪਾਉਣਾ ਚਾਹੇ ਕੋਈ ਜਥੇਬੰਦੀ, ਕਿਸੇ ਵੀ ਢੰਗ ਦੀ ਜਥੇਬੰਦੀ ਹੈ, ਤਾਂ 28 ਤਰੀਕ ਨੂੰ ਅਸੀਂ ਚੱਪੜਚਿੜੀ ਇੱਕ ਵੱਡਾ ਇਕੱਠ ਕਰ ਰਹੇ ਹਾਂ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚ ਸਕੇ, ਤਾਂ ਜੋ ਸਰਕਾਰ ਇਹ 'ਤੇ ਕੋਈ ਨਵਾਂ ਐਕਟ ਬਣਾ ਕੇ, ਕਿਉਂਕਿ ਇਹ ਕੋਈ ਸਾਡੇ ਇਕੱਲੇ ਇੱਕ ਫਤਿਹਗੜ੍ਹ ਜ਼ਿਲ੍ਹੇ ਦਾ ਨਹੀਂ, ਇਹ ਪੂਰੇ ਪੰਜਾਬ ਦਾ ਮਸਲਾ ਹੈ। ਪੂਰੇ ਪੰਜਾਬ ਦਾ ਮਸਲਾ ਇਸ ਕਰਕੇ ਕਿ ਪੂਰੇ ਪੰਜਾਬ ਦੇ ਵਿੱਚ 12,600 ਦੇ ਲਗਭਗ ਪਿੰਡ ਨੇ, ਜਿਹਦੇ ਵਿੱਚੋਂ 550 ਦੇ ਲਗਭਗ ਇਹ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਆ, ਬਾਕੀਆਂ 'ਚ ਤਾਂ ਹੈ ਵੀ ਨਹੀਂ। ਔਰ ਜਿਹੜੀ ਜ਼ਮੀਨ ਹੈਗੀ ਹੈ ਉਹਦੇ ਵਿੱਚੋਂ 200 ਪਿੰਡਾਂ ਨੇ ਆਲਰੇਡੀ ਇਸ ਜ਼ਮੀਨ ਨੂੰ ਵੰਡ ਚੁੱਕੇ ਆ। ਔਰ ਤੁਹਾਨੂੰ ਮੈਂ ਇੱਕ ਤੁਹਾਡੀ ਯਾਦਾਸ਼ਤ ਵਾਸਤੇ ਇੱਕ ਗੱਲ ਦੱਸਾਂ ਕਿ ਇਸ ਪਿੰਡ ਦੇ ਵਿੱਚੋਂ, ਇਸੇ ਜ਼ਮੀਨ ਦੇ ਵਿੱਚੋਂ ਕੁਛ ਬੰਦਿਆਂ ਨੇ ਆਪਣਾ ਹਿੱਸਾ ਆਪਣੇ ਨਾਂ ਦੇ ਉੱਤੇ ਕਰਵਾ ਵੀ ਲਿਆ। ਉਹ ਵੀ ਤਾਂ ਕਾਨੂੰਨ ਦੇ ਮੁਤਾਬਕ ਹੀ ਹੋਇਆ ਹੋਊਗਾ, ਪਰ ਨਹੀਂ, ਕਈਆਂ ਨੇ ਇਹ ਵੇਸਲੇ ਰਹਿ ਗਏ, ਇਹਨਾਂ ਨੇ ਨਹੀਂ ਕਰਵਾਇਆ। ਸੋ ਇਸ ਕਰਕੇ ਇਹਨਾਂ ਨੂੰ ਉਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਵਿੱਚ 200 ਪਿੰਡਾਂ ਦੇ ਜਿਹੜੇ ਪਿੰਡਾਂ ਦੇ ਵਿੱਚ 200 ਦੇ ਲਗਭਗ ਪਿੰਡਾਂ ਦੇ ਵਿੱਚ ਇਹ ਜ਼ਮੀਨ ਵੰਡੀ ਜਾ ਚੁੱਕੀ ਹੈ। ਮਸਤਰਕਾ ਮਾਲਕਾਨਾ ਲੋਕਾਂ ਨੂੰ ਮਾਲਕੀ ਹੱਕ ਦਿੱਤੇ ਗਏ ਨੇ। ਔਰ ਤਕਰੀਬਨ ਮੇਰੇ ਖਿਆਲ 100-125 ਦੇ ਲਗਭਗ ਪਿੰਡਾਂ ਦੇ ਕੇਸ ਹਲੇ ਕੋਰਟਾਂ ਦੇ ਵਿੱਚ ਪੈਂਡਿੰਗ ਪਏ ਨੇ। ਔਰ ਜਿਹੜੇ ਬਾਕੀ ਰਹਿੰਦੇ ਨੇ ਉਹ ਸਾਰੇ ਪਾ ਕੇ ਆਪਣੇ ਆਪਣੇ ਹੱਕ ਮੰਗਣ ਵਾਸਤੇ। ਮੈਂ ਤਾਂ ਕਹਿਣਾ ਵੀ ਇਹ ਕੋਰਟਾਂ ਦੇ ਵਿੱਚ ਕਿਉਂ ਜ਼ਿਮੀਂਦਾਰ ਰੁਲਣ, ਕੋਰਟਾਂ ਦੇ ਵਿੱਚ ਮਜ਼ਦੂਰ ਕਿਉਂ ਰੁਲੇ,
ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਣੇ ਗਰੀਬ ਲੋਕਾਂ ਨੂੰ 3-3 4-4 5-5 ਮਰਲੇ ਦੇ ਪਲਾਟ ਦੇਣੇ ਨੇ। ਇੱਕ ਪਾਸੇ ਅਮਲੋਹ ਦੇ ਵਿੱਚ ਦੁਕਾਨਾਂ ਢਾਈਆਂ ਗਈਆਂ, ਉਹਨਾਂ ਦੇ ਰੁਜ਼ਗਾਰ ਵੀ ਖੋਲ੍ਹੇ ਗਏ, ਔਰ ਕੱਲ੍ਹ ਨੂੰ ਮੁਹਿੰਮ ਚਲਾਉਣਗੇ ਕਿ ਇਹ ਜਿਹੜੇ ਪਲਾਟ ਦਿੱਤੇ ਨੇ ਪੁਰਾਣੀਆਂ ਸਰਕਾਰਾਂ ਇਹਨਾਂ ਨੂੰ ਵਾਪਸ ਕੀਤਾ ਜਾਵੇ। ਇਹ ਕੋਈ ਸਰਕਾਰਾਂ ਦੇ ਕੰਮ ਨਹੀਂ ਹੈਗੇ। ਸਰਕਾਰ ਨੂੰ ਚਾਹੀਦਾ ਲੋਕਾਂ ਨੂੰ ਰਾਹਤ ਦੇਣ ਵਾਸਤੇ। ਸਰਕਾਰ ਬਣਾਈ ਜਾਂਦੀ ਹੈ ਲੋਕਾਂ ਨੂੰ ਰਾਹਤ ਦੇਣ ਵਾਸਤੇ। ਸਰਕਾਰ ਇਸ ਕਰਕੇ ਨਹੀਂ ਬਣਾਈ ਜਾਂਦੀ ਵੀ ਜੇ ਲੋਕਾਂ ਨੂੰ ਕਿਸੇ ਸਰਕਾਰ ਨੇ ਪਹਿਲੇ ਕੋਈ ਸੁਵਿਧਾ ਦਿੱਤੀ ਹੋਈ ਆ ਤਾਂ ਉਹਨੂੰ ਖੋਵੇ, ਇਸ ਕਰਕੇ ਸਰਕਾਰਾਂ ਨਹੀਂ ਬਣਾਈ ਜਾਂਦੀਆਂ। ਸੋ ਇਸ ਕਰਕੇ ਅਸੀਂ ਇਹ ਜਿਹੜੀ ਕਿਸਾਨ ਹਿੱਤ ਸੰਘਰਸ਼ ਕਮੇਟੀ ਬਣਾਈ ਹੈ, ਔਰ ਇਹ ਦਿਨ ਰਾਤ ਇਹਨਾਂ ਨੇ ਇੱਕ ਕੰਮ, ਸਾਡੇ ਸਾਰੀ ਜਿੰਨੀ ਵੀ ਟੀਮ ਹੈ, ਅਸੀਂ ਸਾਰੇ ਪੰਜਾਬ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਆਪਾਂ ਵੱਧ ਤੋਂ ਵੱਧ 28 ਤਰੀਕ ਨੂੰ ਚੱਪੜਚਿੜੀ ਵਿਖੇ ਇਕੱਠੇ ਹੋਈਏ, ਔਰ ਇਕੱਠੇ ਹੋ ਕੇ ਉੱਥੇ ਸਰਕਾਰ ਦੇ ਅਗਲੇ ਜਿਹੜੇ ਕੰਨ ਨੇ ਉਹ ਖੋਲ੍ਹੀਏ, ਕਿਉਂਕਿ ਹਲੇ ਤੱਕ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ। ਸੋ ਇਸ ਕਰਕੇ ਇਹ ਤੁਹਾਡੀ ਸਪੈਸ਼ਲ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇਸ ਪਰ ਸਾਡੇ ਛੋਟੇ ਜਿਹੇ ਸੱਦੇ 'ਤੇ ਆਏ ਹੋ। ਸਰ 25 ਤਰੀਕ ਨੂੰ ਆਪਣਾ ਨੈਸ਼ਨਲ ਹਾਈਵੇ ਰੋਕਿਆ ਜਾ ਰਿਹਾ ਹੈ 16 ਕਿਸਾਨ ਜਥੇਬੰਦੀਆਂ ਦੇ ਨਾਲ, ਤੇ ਤੁਸੀਂ 28 ਤਰੀਕ ਨੂੰ ਕਰ ਰਹੇ ਹੋ। ਹਰ ਕਿਸਾਨ ਜਿਹੜੇ ਆਪਣੀ ਆਪਣੀ ਵੱਖ ਹੋ ਕਰ ਰਹੇ, ਇਕੱਠੇ ਨਹੀਂ ਹੋ ਸਕਦੇ? ਬਿਲਕੁਲ ਜੀ, ਬਿਲਕੁਲ ਤੁਸੀਂ ਇਹ ਗੱਲ ਕਹਿੰਦੇ ਹੋ। ਅਸੀਂ ਵੀ 25 ਤਰੀਕ ਨੂੰ ਉਹਨਾਂ ਦੇ ਵਿੱਚ ਜਾ ਕੇ ਸ਼ਾਮਲ ਹੋਵਾਂਗੇ, ਪਰ ਅਸੀਂ 28 ਤਰੀਕ ਨੂੰ ਵੀ ਇਹ ਚਾਹਾਂਗੇ ਕਿ ਸਾਡੇ ਵਿੱਚ ਆ ਕੇ ਉਹ ਸ਼ਾਮਲ ਹੋਣ। ਸਾਡੇ ਵਿੱਚ ਨਹੀਂ, ਪੰਜਾਬ ਦੇ ਲਈ ਇਕੱਠੇ ਹੋਈਏ ਅਸੀਂ। ਸੋ ਇਸ ਕਰਕੇ ਠੀਕ ਹੈ, ਕਿਉਂਕਿ ਇਹ ਸਭ ਤੋਂ ਪਹਿਲੀ ਪ੍ਰੈਸ ਕਾਨਫਰੰਸ ਜਿਹੜੀ ਉਹ ਅਸੀਂ ਨੇ ਕਿਸਾਨ ਹਿੱਤ ਸੰਘਰਸ਼ ਕਮੇਟੀ ਵੱਲੋਂ ਕੀਤੀ ਗਈ ਸੀਗੀ। ਉਸ ਤੋਂ ਬਾਅਦ ਬਾਕੀ ਦੀਆਂ ਜਥੇਬੰਦੀਆਂ ਨੇ ਵੀ ਇਹਦੇ ਲਈ ਇਨੀਸ਼ੀਏਟਿਵ ਲਿੱਤਾ। ਮੈਂ ਤਾਂ ਉਹਨਾਂ ਦਾ ਧੰਨਵਾਦ ਕਰੂੰਗਾ ਕਿ ਪੰਜਾਬ ਦਾ ਮੁੱਦਾ, ਪੰਜਾਬ ਦੇ ਲੋਕਾਂ ਦਾ ਮੁੱਦਾ ਚੱਕਣਾ ਚਾਹੀਦਾ। ਇੱਕ ਪਾਸੇ ਸਰਕਾਰ ਜਿਹੜੀ ਹੈ, ਜਿਹੜੀ ਹੁਣ ਮੌਜੂਦਾ ਸਰਕਾਰ ਹੈ, ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਸੀਗਾ ਕਿ ਜਿਹੜੇ SYL ਦੇ ਵਿੱਚ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਤੁਹਾਨੂੰ ਵਾਪਸ ਦੇਵਾਂਗੇ। ਸਭ ਤੋਂ ਪਹਿਲਾਂ ਸਰਕਾਰ ਦਾ ਕੰਮ ਕੀ ਬਣਦਾ ਵੀ ਜਿਹੜੀਆਂ SYL ਦੇ ਵਿੱਚ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਨੇ ਉਹ ਸਾਨੂੰ ਵਾਪਸ ਦਿੱਤੀਆਂ। ਸਰਕਾਰ ਉਸ ਕੰਮ ਵੱਲ ਧਿਆਨ ਦੇਵੇ। ਜਿਹੜੀਆਂ ਸਾਡੀਆਂ ਦਿੱਤੀਆਂ ਹੋਈਆਂ ਅੰਗਰੇਜ਼ਾਂ ਤੱਕ, ਅੰਗਰੇਜ਼ੀ ਗਵਰਨਮੈਂਟ ਤੱਕ ਦੀਆਂ ਸਾਡੀਆਂ ਹੁਣ ਤੱਕ ਦੀਆਂ ਜ਼ਮੀਨਾਂ ਨੇ, ਸਾਡੀਆਂ ਉਹ ਜ਼ਮੀਨਾਂ ਨਾ ਖੋਵੇ। ਜਿਹੜੀਆਂ ਸਾਡੀਆਂ ਖੋਈਆਂ ਗਈਆਂ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ, ਉਹ ਜ਼ਮੀਨਾਂ ਸਾਡੀਆਂ ਵਾਪਸ ਦਵਾਈਆਂ ਜਦ ਕਿ ਇਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਲਿਖਿਆ ਹੋਇਆ। ਅੱਜ ਪੰਚਾਇਤ ਮੰਤਰੀ ਦੇ ਨਾਲ ਵੀ ਕਿਸਾਨ ਜਥੇਬੰਦੀਆਂ ਦੀ ਬੈਠਕ ਚੱਲਦੀ ਹੈ ਪੰਜਾਬ ਭਵਨ ਵਿਖੇ ਜੀ। ਇਸੀ ਸ਼ਾਮਲਾਟ ਜ਼ਮੀਨਾਂ ਨੂੰ ਜਾਂ ਛੋਟੇ ਕਿਸਾਨਾਂ ਦੀ ਜੇ ਜ਼ਮੀਨ ਖੋਈ ਜਾ ਰਹੀ ਹੈ ਉਸ ਨੂੰ ਲੈ ਕੇ ਲੱਗਦਾ ਅੱਜ ਕੋਈ ਉਹਨਾਂ ਦਾ ਮਸਲਾ? ਮੈਂ ਕਹਿੰਦਾ ਅਸੀਂ ਬਹੁਤ ਭਾਗਾਂ ਵਾਲਾ ਦਿਨ ਹੋਊਗਾ ਜੇ ਅੱਜ ਪੰਚਾਇਤ ਮੰਤਰੀ ਸਾਹਿਬ ਇਹਦੇ ਤੇ ਕੋਈ ਨਿਰਣਾ ਲੈਣ। ਤੁਸੀਂ ਮੁੱਖ ਮੰਤਰੀ ਦੇ ਉਹਦੇ 'ਚ ਵੀ ਗਏ ਸੀਗੇ, ਮੁੱਖ ਮੰਤਰੀ ਨੂੰ ਤੁਸੀਂ ਅਪੀਲ ਵੀ ਕੀਤੀ ਸੀ, ਮੰਗ ਵੀ ਕੀਤੀ ਸੀ, ਲੇਕਿਨ ਤੁਹਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ? ਨਹੀਂ ਜੀ, ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਅਸੀਂ ਬਕਾਇਦਾ ਉੱਥੇ ਗੇਟ ਦੇ ਉੱਤੇ ਤਕਰੀਬਨ ਸਾਰੇ ਪਿੰਡਾਂ ਦੇ, ਸਾਰੇ ਪੰਜਾਬ ਦੇ ਲੋਕ ਉੱਥੇ ਇਕੱਠੇ ਹੋਏ ਸੀਗੇ। ਮੈਂ ਇਕੱਲਾ ਕੀ, ਹੋਰ ਜਥੇਬੰਦੀਆਂ ਵੀ ਬਹੁਤ ਖੜੀਆਂ ਸੀਗੀਆਂ ਜਿਨ੍ਹਾਂ ਨੂੰ ਮਿਲਣ ਦਾ ਮੌਕਾ ਹੀ ਨਹੀਂ ਦਿੱਤਾ। ਜਨਤਾ ਦਰਬਾਰ ਦੇ ਵਿੱਚ, ਜਦ ਕਿ ਜਨਤਾ ਦਰਬਾਰ ਲਾਇਆ ਕਾਹਦੇ ਵਾਸਤੇ ਸੀ? ਇਸ ਕਰਕੇ ਲਾਇਆ ਸੀ ਕਿ ਹਰ ਇੱਕ ਬੰਦੇ ਦੀ, ਹਰ ਇੱਕ ਪੰਜਾਬੀ ਦੀ ਗੱਲ ਸੁਣੀ ਜਾਵੇ। ਤੇ ਕੁੱਲ ਐਸਾ ਕਿੰਨੀ ਕੁ ਜ਼ਮੀਨ ਹੋਏਗੀ ਜਿਸ ਨੂੰ ਲੈ ਕੇ ਸਰਕਾਰ ਕਹਿ ਰਹੀ ਕਿ ਸਾਰੀ ਪੰਚਾਇਤੀ ਜ਼ਮੀਨ ਹੈ, ਜਦਕਿ ਉਹ ਹੈ ਨਹੀਂ ਪੰਚਾਇਤੀ? ਮੈਂ ਤੁਹਾਡੀ ਯਾਦ ਆਸਤ ਬਾਤ ਦਿੱਤਾ, ਮੈਂ ਪੰਚਾਇਤ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਵੀ ਰਿਹਾ। ਪੰਚਾਇਤੀ ਜ਼ਮੀਨਾਂ ਜਿਹੜੀਆਂ ਤਕਰੀਬਨ ਮੇਰਾ ਖਿਆਲ ਕਰਨਾ ਪਿੰਡਾਂ ਦੇ ਵਿੱਚ ਜਿਹੜੀਆਂ ਜਿਨ੍ਹਾਂ ਦਾ ਨਾਂ ਹੀ ਪੰਚਾਇਤ, ਜਿਨ੍ਹਾਂ ਦੀ ਮਾਲਕੀਅਤ ਪੰਚਾਇਤੀ ਹੈ, ਉਹ ਜ਼ਮੀਨਾਂ ਦੇ ਉੱਤੇ ਤਾਂ ਅੱਜ ਵੀ ਬੋਲੀ ਹੋ ਰਹੀ ਹੈ, ਪਿੱਛੇ ਵੀ ਹੋ ਰਹੀ ਸੀ, ਅੱਗੇ ਵੀ ਹੋ ਰਹੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਹੁਣ 12,600 ਪਿੰਡ ਹੈ, 12,600 ਪਿੰਡ ਦੇ ਵਿੱਚੋਂ 525 ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਹੈਗੀ ਹੈ, ਬਾਕੀਆਂ 'ਚ ਹੈ ਨਹੀਂ। ਤੇ ਬਾਕੀਆਂ ਦੀ ਡਿਵੈਲਪਮੈਂਟ ਕਿਵੇਂ ਹੋਊਗੀ? 2% RDF ਸਾਡੀ ਫਸਲ ਤੋਂ ਇਕੱਠਾ ਕੀਤਾ ਜਾਂਦਾ ਹੈ। ਬਾਕੀ ਜਿਹੜਾ ਟੈਕਸ ਜਿਹੜਾ ਸਾਡੇ ਹੁਣ ਗਊ ਸੈਸ ਹੈ, ਜਿਹੜਾ ਸਾਡੇ ਬਿਜਲੀ ਦੇ ਬਿੱਲਾਂ ਤੋਂ ਇਕੱਠਾ ਕੀਤਾ ਜਾਂਦਾ ਹੈ। ਕਿ ਅੱਜ ਗਊ ਜਿੰਨੀਆਂ ਵੀ ਗਊਆਂ ਅਵਾਰਾ ਤੁਰੀਆਂ ਫਿਰਦੀਆਂ ਨੇ ਸ਼ਹਿਰਾਂ ਦੇ ਵਿੱਚ, ਕੀ ਉਹਨਾਂ ਦਾ ਕੋਈ ਬੰਦੋਬਸਤ ਕੀਤਾ ਗਿਆ? ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਨੇ ਉਹਨਾਂ ਤੋਂ ਤਾਂ ਸਰਕਾਰ 100 ਕੋਹ ਦੂਰ ਹੈ। ਸਰਕਾਰ ਸਾਡੀਆਂ ਜ਼ਮੀਨਾਂ ਨੂੰ, ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਬਣਾਈ ਹੈ, ਸਾਡੀਆਂ ਜ਼ਮੀਨਾਂ ਨੂੰ ਸਰਕਾਰ ਪੈ ਨਿਕਲੀ। ਸੋ ਇਸ ਕਰਕੇ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਵੀ ਹਲੇ ਵੀ ਟਾਈਮ ਹੈ। 28 ਤਰੀਕ ਤੋਂ ਪਹਿਲਾਂ ਮੈਂ ਪੰਚਾਇਤ ਮੰਤਰੀ ਸਾਹਿਬ ਨੂੰ ਵੀ ਇੱਕ ਅਪੀਲ ਕਰੂੰਗਾ ਤੇ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਅਪੀਲ ਕਰੂੰਗਾ ਕਿ ਤੁਸੀਂ ਇੱਕ ਕਮੇਟੀ ਬਣਾਓ, ਸਾਡੇ ਕਿਸਾਨਾਂ ਨੂੰ ਵਿੱਚ ਪਾਓ ਤੇ ਉਹ ਕਮੇਟੀ ਫੈਸਲਾ ਕਰੇ, ਇੱਕ ਐਕਟ ਬਣੇ ਨਵਾਂ, ਤਾਂ ਕਿ ਜੋ ਸਾਡੀ ਕੋਰਟਾਂ ਦੇ ਵਿੱਚ ਲੁੱਟ ਖਸੁੱਟ ਹੁੰਦੀ ਹੈ ਉਹ ਸਾਡੀ ਬੰਦ ਹੋ ਸਕੇ। ਸੋ ਜੋ ਪੰਜਾਬ ਸਰਕਾਰ ਦੀ ਕਬਜ਼ਾ ਛੁਡਾਊ ਮੁਹਿੰਮ ਹੈ, ਸਭ ਨੂੰ ਵਧੀਆ ਲੱਗਦੀ ਹੈ, ਲੋਕਾਂ 'ਚ ਵੀ ਇਹਦਾ ਬੜਾ ਵਧੀਆ ਪ੍ਰਭਾਵ ਜਾ ਰਿਹਾ, ਅਸੀਂ ਵੀ ਇਹਨੂੰ ਪਸੰਦ ਕਰਦੇ ਹਾਂ। ਸਮੱਸਿਆ ਕੀ ਹੈ? ਇਹਦੇ ਨਾਂ ਥੱਲੇ ਬਹੁਤ ਵੱਡੇ ਕਿਸਾਨਾਂ ਦਾ ਵੀ ਕੁਝ ਨੁਕਸਾਨ ਹੋ ਰਿਹਾ ਹੈ। ਜਿੰਨੀ ਵੀ ਪਿੰਡਾਂ ਦੇ ਵਿੱਚ ਜ਼ਮੀਨ ਹੈ, ਭਾਵੇਂ ਉਹ ਪੰਚਾਇਤ ਦੀ ਹੈ, ਕੋਈ ਵੀ ਹੈ, ਜਦੋਂ ਅਸੀਂ ਪਿਛਲਾ ਇਹਦਾ ਇਤਿਹਾਸ ਦੇਖਦੇ ਹਾਂ ਤਾਂ ਇਹ ਕਿਸਾਨਾਂ ਦੀ ਹੀ ਸੀ। ਜੇ ਪੰਚਾਇਤਾਂ ਕੋਲੇ ਜ਼ਮੀਨ ਕਿੱਥੋਂ ਆਈ? ਇਹਦੇ ਮਾਲਕ ਤਾਂ ਕੋਈ ਹੈ ਸੀ,
ਇਹਦੇ ਮਾਲਕ ਕਿਸਾਨ ਸੀਗੇ, ਪਰ ਇਹ ਇੱਕ ਕ੍ਰਾਈਟੇਰੀਆ ਦੇ ਰਾਹੀਂ ਆਈ ਸੀਗੀ, ਭਾਵੇਂ ਬ੍ਰਿਟਿਸ਼ ਗਵਰਨਮੈਂਟ ਨੇ ਤੇ ਭਾਵੇਂ ਮੁਰੱਬੇਬੰਦੀ ਵੇਲੇ ਸਾਡੀਆਂ ਸਰਕਾਰਾਂ ਨੇ ਜਦੋਂ ਇੱਕ ਕ੍ਰਾਈਟੇਰੀਆ ਬਣਾਇਆ ਕਿ ਪਬਲਿਕ ਹਿੱਤਾਂ ਵਾਸਤੇ ਜ਼ਮੀਨਾਂ ਦੇ ਵਿੱਚੋਂ ਕੁਝ ਸਾਂਝੀ ਜ਼ਮੀਨ ਰੱਖੀ ਜਾਵੇ। ਉਸ ਵੇਲੇ ਕੱਟ ਲਾਏ ਗਏ, ਇੱਕ ਵੱਡਾ ਕੱਟ ਲਾਇਆ ਗਿਆ ਜਦੋਂ ਸਾਡੀ ਮੁਰੱਬੇਬੰਦੀ ਹੋਈ। ਉਹ ਸਾਡੀ ਸਾਂਝੇ ਹਿੱਤਾਂ ਵਾਸਤੇ ਕੁਝ ਰੱਖੀ ਗਈ ਤੇ ਕੁਝ ਕਿਸਾਨਾਂ ਨੂੰ ਦਿੱਤੀ ਗਈ। ਉਹਦੇ ਵਿੱਚ ਇੱਕ ਅੰਗਰੇਜ਼ ਨੇ ਵਿਲੇਜ ਐਕਟ ਬਣਾਇਆ ਸੀਗਾ ਕਿ ਇਹਨਾਂ ਲੋਕਾਂ ਦੀ ਜਿਹੜੀ ਜ਼ਮੀਨ ਹੈ ਪਬਲਿਕ ਹਿੱਤਾਂ ਵਾਸਤੇ, ਭਾਵੇਂ ਸਕੂਲ ਬਣਾਉਣੇ ਨੇ, ਭਾਵੇਂ ਰਸਤੇ ਛੱਡਣੇ ਨੇ ਸਾਂਝੇ, ਭਾਵੇਂ ਹਸਪੀਟਲ ਬਣਨੇ ਨੇ, ਜੋ ਵੀ ਪਬਲਿਕ ਇੰਟਰਸਟ ਹੋਣਗੇ ਪੂਰੇ ਪਿੰਡ ਦੇ, ਉਹਦੀ ਵਰਤ ਕੇ ਜਿਹੜੀ ਬਾਕੀ ਦੀ ਵੀ ਇਹਨਾਂ ਦੀ ਕੱਟ ਦੇ ਵਿੱਚੋਂ ਬਚੂਗੀ, ਜਦੋਂ ਇਹਨਾਂ ਦੇ ਪਰਿਵਾਰ ਵੱਡੇ ਹੋ ਗਏ ਤਾਂ ਇਹ ਵੰਡ ਸਕਦੇ ਆ। ਇਹ ਲਾਭ ਬਣਿਆ ਸੀ ਵਿਲੇਜ ਐਕਟ। ਪਰ ਉਹ ਜ਼ਮੀਨਾਂ ਜਿੰਨੀਆਂ ਵੀ ਖੇਤੀਯੋਗ ਜ਼ਮੀਨਾਂ ਨੇ ਉਹਦੇ ਮਾਲਕ ਅੱਜ ਵੀ ਕਿਸਾਨ ਨੇ, ਪਹਿਲਾਂ ਵੀ ਸੀ, ਭਾਵੇਂ ਉਹ ਇੰਤਕਾਲ ਜਿਹੜੇ ਆਪਣੇ ਪੰਚਾਇਤਾਂ ਨੂੰ ਦੇ ਨਾਂ ਹੋਏ ਨੇ, ਉਹਦੀ ਮਾਲਕੀ ਤਾਂ ਇਤਿਹਾਸ ਦੇ ਵਿੱਚ ਕਿਸਾਨਾਂ ਦੀ ਉਹ ਸੀ। ਪੰਚਾਇਤਾਂ ਨੇ ਤਾਂ ਕਿਤੋਂ ਖਰੀਦੀਆਂ ਨਹੀਂ ਹੈਗੀਆਂ ਜ਼ਮੀਨਾਂ, ਇਸ ਕਰਕੇ ਉਹ ਜ਼ਮੀਨਾਂ ਤਾਂ ਹੈਗੀਆਂ ਸਾਡੀਆਂ ਕੱਟ 'ਚੋਂ ਹੀ, ਭਾਵੇਂ ਉਹ ਅੱਜ ਪਬਲਿਕ ਇੰਟਰਸਟ ਵਾਸਤੇ, ਲੋਕ ਹਿੱਤਾਂ ਵਾਸਤੇ, ਸਾਡੇ ਪਿੰਡਾਂ ਦੇ ਹਿੱਤਾਂ ਵਾਸਤੇ ਵਰਤੀਆਂ ਜਾਂਦੀਆਂ ਨੇ। ਮੁਹਿੰਮ ਦਾ ਮਤਲਬ ਹੈ ਕਿ ਤੁਸੀਂ ਨਜਾਇਜ਼ ਕਬਜ਼ੇ ਪੰਚਾਇਤਾਂ ਕਾਹਦੇ ਵਾਸਤੇ ਬਣੀਆਂ ਨੇ, ਉਹ ਕੰਪਲੇਂਟ ਕਰਨ ਸਰਕਾਰ ਕੋਲ ਤੇ ਉਹ ਸਰਕਾਰਾਂ ਉਹਨੂੰ ਛਡਵਾਉਣ। ਮਸਲਾ ਕੀ ਹੈ, ਮਤਲਬ ਕਿ ਜਿਹੜੀਆਂ ਕੁਝ ਸਾਨੂੰ ਜਿਹੜੇ ਖਦਸ਼ਾ ਹੈ ਕਿ ਜਿਹੜੀਆਂ ਮੁਸ਼ਤਰਕਾਂ ਮਾਲਕਨ ਜ਼ਮੀਨਾਂ ਸਾਡੀਆਂ, ਕਈ ਥਾਵਾਂ ਤੇ ਤਾਂ ਅਸੀਂ ਖੇਤੀਆਂ ਕਰਦੇ ਹਾਂ। ਮੇਰੇ ਆਪਣੇ ਪਿੰਡ ਦੇ ਵਿੱਚ ਖੇਤੀ ਅਸੀਂ ਲੋਕਾਂ ਦੀ ਵੰਡੀ ਨਹੀਂ ਹੋਈ, ਲੋਕ ਕਰ ਨਹੀਂ ਰਹੇ, ਉਹ ਸਾਂਝੇ ਖਾਤੇ ਵਿੱਚ ਪਈ ਹੈ, ਉਹਦਾ ਕੰਟਰੋਲ ਪੰਚਾਇਤ ਨੇ ਸਾਂਭ ਰੱਖਿਆ। ਸੋ ਜਿਹੜਾ ਪੈਸਾ ਪੰਚਾਇਤ ਕਮਾ ਰਹੀ ਹੈ, ਸੋ ਉਹਨਾਂ ਜ਼ਮੀਨਾਂ ਨੂੰ ਕਿਤੇ ਵੀ ਹੜੱਪਿਆ ਨਾ ਜਾਵੇ ਕਿਸੇ ਇਸ ਢੰਗ ਤਰੀਕੇ ਦੇ ਨਾਲ। ਉਹ ਉਹਨਾਂ ਦੀ ਮਾਲਕੀ ਕਿਸਾਨਾਂ ਦੀ ਹੈ, ਉਹ ਕਿਸਾਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ। ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਦੀ ਪੂਰੀ ਸਟੱਡੀ ਕਰਕੇ ਕਿ ਇਹ ਜ਼ਮੀਨਾਂ ਦੇ ਮਾਲਕ ਕੌਣ ਨੇ, ਇਹ ਜ਼ਮੀਨਾਂ ਕਿਹਦੀਆਂ ਨੇ, ਜਿਹੜੀਆਂ ਪੰਚਾਇਤ ਦੀਆਂ ਨੇ, ਸਰਕਾਰੀ ਨੇ, ਉਹਨਾਂ ਨੂੰ ਛਡਾਉਣ। ਅਸੀਂ ਵੀ ਖੁਸ਼ ਹਾਂ, ਅਸੀਂ ਕਦ ਕਹਿੰਦੇ ਵੀ ਨਾ ਸਰਕਾਰ ਛਡਾਵੇ ਜਿੱਥੇ ਕਿਤੇ ਧੱਕਾ ਹੈ। ਸੋ ਉਹ ਜ਼ਮੀਨਾਂ ਦੇ ਰਿਕਾਰਡ ਦੇ ਮੁਤਾਬਕ ਪੂਰੀ ਸਟੱਡੀ ਕਰਕੇ ਉਹਨਾਂ ਮਾਲਕਾਂ ਨੂੰ ਇੱਕ ਐਕਟ ਬਣਾਵੇ ਸਰਕਾਰ, ਤਾਂ ਕਿ ਅਸੀਂ ਕਿਤੇ ਵੀ ਖੱਜਲ ਖੁਆਰ ਨਾ ਹੋਈਏ, ਆਪਸ 'ਚ ਲੜੀਏ ਭਿੜੀਏ ਨਾ। ਅਸੀਂ ਪੰਚਾਇਤਾਂ ਨਾਲ ਵੀ ਲੜਾਈਆਂ ਹੁੰਦੀਆਂ ਨੇ, ਕਿਉਂਕਿ ਜਿਹੜਾ ਪੰਚਾਇਤਾਂ ਦੇ ਵਿੱਚ ਇਲੈਕਟਡ ਬੋਡੀ ਹੈ ਉਹ ਸਰਕਾਰਾਂ ਨਾਲ ਮਿਲ ਜਾਂਦੀਆਂ ਨੇ। ਆਮ ਲੋਕਾਂ ਦੀ ਜਿਹੜੀ ਪ੍ਰਾਪਰਟੀ ਹੈ, ਬਲਕਿ ਉਸ ਦੇ ਸਾਡੀ ਮਾਲਕੀ ਤੇ ਨਜਾਇਜ਼ ਕਬਜ਼ਾ ਨਾ ਹੋਵੇ, ਸਰਕਾਰ ਆਪਦੇ ਕਬਜ਼ੇ ਛਡਾਵੇ। ਸਾਨੂੰ ਵੀ ਖਾਲਸਾ ਵੀ ਸਾਡੀ ਮਾਲਕੀ 'ਤੇ ਨਾ ਕੋਈ ਕਬਜ਼ਾ ਕਰ ਲਵੇ। ਸੋ ਇਸ ਕਰਕੇ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਇਸ ਇਸ਼ੂ ਦੀ ਬਹੁਤ ਹੀ ਕਿਸਾਨਾਂ ਨੂੰ ਦੁੱਖ ਹੈ ਕਿ ਜੇ ਲੋਕਾਂ ਦੀਆਂ ਜਿਹੜੀਆਂ ਮਾਲਕੀ ਨੇ ਉਹ ਕਿਤੇ ਖੁਦ ਉਹਨਾਂ ਦੀ ਨਾ ਹੜੱਪੀਆਂ ਜਾਣ, ਕਿਤੇ ਉਹਨਾਂ ਦੀ ਐਕਸਪਲੋਇਟੇਸ਼ਨ ਨਾ ਹੋਵੇ। ਇਸ ਕਰਕੇ ਪ੍ਰੋਪਰ ਕੋਈ ਐਕਟ ਬਣਾ ਕੇ ਸਾਡੀ ਜਿਹੜੀ ਕਿਸਾਨਾਂ ਦੀ ਮਾਲਕੀ ਹੈ, ਮੁਸ਼ਤਰਕਾ ਮਾਲਕਨ ਵਗੈਰਾ, ਉਹ ਲੋਕਾਂ ਦੇ ਵਿੱਚ ਡਿਵਾਈਡ ਹੋਣੀ ਚਾਹੀਦੀ ਹੈ, ਤਾਂ ਕਿ ਲੋਕ ਇਸ ਸਰਕਾਰ ਦਾ ਵੀ ਧੰਨਵਾਦ ਕਰਨ ਕਿ ਬੜੇ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਦਾ ਹੱਕ ਹੈ ਜਿਹੜਾ ਲੋਕਾਂ ਨੂੰ ਮਿਲਿਆ। ਸੋ ਇੰਨੀ ਹੀ ਬੇਨਤੀ ਅਸੀਂ ਪੰਜਾਬ ਸਰਕਾਰ ਨੂੰ ਮੈਂ ਆਪਣੇ ਵੱਲੋਂ ਕਰਦਾ ਹਾਂ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।